नाशक विघ्नान के नाशक हर गोबिंद शुभ समत पर काशक श्री हर राय नामो कार जोरी नामो कार जोरी गुर हर कृष्ण मनाए बहुरी तेग बहादुर परम कृपाला परम कृपाला श्री गुरु गोबिंद सिंह विसाला तारा तारा पर पुन पुन सीसा पुन पुन सीसा बंदो बार बार जगदीसा जिसमें है अमृत ज्ञान है माणक भगत वैराग श्री गुरु ग्रंथ साहिब उदद बंद कर अनुराग श्री गुर शब्द कमाए जन जीते पंच विकार तिन संतन का बंदना सिर चरणन पर तार एकंकारा सतगुरु तिह प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए। सतनाम श्री वाहिगुरु साहिब जी हरख सोग के भागी बन कर जन्म मरण को पुन पुन पाए नहर संख्या पूर्व तन धारना 84 लाख जून परमाए हरख सोग के भागी बन कर जबर शतर तख्त के मालिक गुरता गद्दी उपर सुभायमान दसां पातशाहियां दे आत्मिक स्वरूप जुगो जुग अटल सतगुरु धन 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 श्री गुरु ग्रंथ साहिब सच्चे पातशाह महाराज जी दी परम पवित्र हजूरी अंदर दल भंजन गुर सूरमा बड़ जोधा बहु पारे उपकारी मेरी पीरी दे मालक सतगुरु धन धन श्री गुरु हरगोबिंद साहिब सच्चे पातशाह जी दे मुबारक चरण छो प्राप्त पवित्र इतिहासक स्थान गुरुद्वारा श्री गुरुसर साहिब विखे संध्या के सुंदर दीवाना विच हाजरियां लवा रही नतमस्तक हो रही समूह गुरु की संगत जी
ਵਡਭਾਗ ਹੈ ਜੋ ਸਤ ਸੰਗਤ ਵਿੱਚ ਜੁੜ ਕੇ ਸਵਾਸਾਂ ਨੂੰ ਸਮੇਂ ਨੂੰ ਸਫਲਾ ਰਹੇ ਹਾਂ। ਆਪ ਸਰਬੱਤ ਸੰਗਤਾਂ ਨੇ ਸ਼ਾਮਾਂ ਤੋਂ ਸਤਿਗੁਰਾਂ ਦੇ ਦਰਸ਼ਨ ਦੀਦਾਰ, ਗੁਰਬਾਣੀ ਦੇ ਰਸ ਭੁੰਨੇ ਸ਼ਬਦਾਂ ਦੇ ਕੀਰਤਨ, ਸੋਦਰ ਸ੍ਰੀ ਰਹਿਰਾਸ ਸਾਹਿਬ ਜੀ ਕੀ ਅੰਮ੍ਰਿਤ ਬਾਣੀ ਦੇ ਜਾਪ, ਸ਼੍ਰੀ ਮੁਖ ਵਾਕ ਪ੍ਰਾਪਤ ਕਰਕੇ ਸ਼ਰਵਣ ਕਰਕੇ ਲਾਭ ਖੱਟਿਆ ਹੈ, ਲਾਹਾ ਪ੍ਰਾਪਤ ਕੀਤਾ ਹੈ। ਚੱਲ ਰਹੀ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਗੁਰ ਇਤਿਹਾਸ ਦੀ ਪਾਵਨ ਪਵਿੱਤਰ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਕੀ ਬਖਸ਼ਿਸ਼ ਗੁਰਫਤਿਹ ਵਿੱਚ ਸਾਂਝ ਪਾਓ। ਰਸਨਾ ਸਫਲਾਓ, ਬੁਲੰਦ ਆਵਾਜ਼ ਵਿੱਚ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਗੇ ਆ ਰਹੇ ਪ੍ਰਸੰਗ ਨੂੰ ਆਰੰਭ ਕਰਨ ਤੋਂ ਪਹਿਲਾਂ ਕੱਲ੍ਹ ਵਾਲਾ ਪ੍ਰਸੰਗ ਸੰਖੇਪ ਮਾਤਰ ਟੂਕ ਕੋ ਦੁਹਰਾ ਲਈਏ ਤਾਂ ਕਿ ਲੜੀ ਜੁੜ ਜਾਵੇ। ਜੋਧਸ਼ਾਹ ਔਰ ਉਸ ਦੀ ਪਤਨੀ ਦੇ ਘਰਵਾਲੀ ਦੇ ਬੇਨਤੀ ਕਰਨ ਤੇ ਗਰੀਬ ਨਵਾਜ਼ ਗੁਰੂ ਹਰਗੋਬਿੰਦ ਸਾਹਿਬ ਜੀ ਕਾਂਗੜ ਨਗਰ ਇਸ ਦੇ ਮਹਿਲ ਵਿਖੇ, ਇਸ ਦੇ ਗ੍ਰਹਿ ਵਿਖੇ ਪੁੱਜੇ। ਦੋਵਾਂ ਜੀਆਂ ਨੇ, ਪਤੀ ਪਤਨੀ ਨੇ ਬੜੇ ਪ੍ਰੇਮ ਦੇ ਨਾਲ ਸੇਵਾ ਕੀਤੀ। ਸਤਿਗੁਰਾਂ ਦੇ ਛਕਣ ਹਿਤ ਆਪ ਭੋਜਨ ਬਣਾਇਆ। ਤਮਾਮ ਸੇਵਾ ਭੋਜਨ ਛਕਾਉਣ ਤੋਂ, ਬਣਾਉਣ ਤੋਂ ਲੈ ਕੇ ਛਕਾਉਣ ਤੱਕ ਦੀ ਸਤਿਗੁਰਾਂ ਦੇ ਹੱਥ ਸੁੱਚੇ ਕਰਾਉਣ ਦੀ ਸਾਰੀ ਇਹਨਾਂ ਨੇ ਆਪ ਨਿਭਾਈ ਹੈ। ਉਸ ਤੋਂ ਪਹਿਲਾਂ ਸਤਿਗੁਰਾਂ ਦੇ ਚਰਨ ਪਖਾਰ ਕੇ ਚਰਨਾ ਅੰਮ੍ਰਿਤ ਲਿਆ, ਪ੍ਰਾਪਤ ਕੀਤਾ। ਸਤਿਗੁਰੂ ਇਹਨਾਂ ਦੀ ਸੇਵਾ ਤੇ ਬੜੇ ਤਰੁੱਠੇ, ਪ੍ਰਸੰਨ ਹੋ ਕਰਕੇ ਵਰ ਦਿੱਤਾ ਹੈ ਕਿ ਤੁਹਾਨੂੰ ਲੋਕ ਔਰ ਪਰਲੋਕ ਦੇ ਦੋਵੇਂ ਸੁੱਖ ਪ੍ਰਾਪਤ ਹੋਣਗੇ। ਅਸੀਂ ਹਲਤ ਪਲਤ ਦੇ ਵਿੱਚ ਆਪ ਤੁਹਾਡੇ ਸਹਾਇਕ ਹੋਵਾਂਗੇ। ਤੁਸੀਂ ਹਮੇਸ਼ਾ ਗਿਆਨ ਦਾ ਔਰ ਭਗਤੀ ਦਾ ਅਭਿਆਸ ਕਰਨਾ ਹੈ। ਪਰਮੇਸ਼ਰ ਦਾ ਨਾਮ ਹਮੇਸ਼ਾ ਸਿਮਰਦੇ ਰਹਿਣਾ ਹੈ। ਕਦੇ ਹਿਰਦੇ ਦੇ ਵਿੱਚੋਂ ਵਿਸਾਰਨਾ ਨਹੀਂ। ਤੁਹਾਡੇ ਹਿਰਦੇ ਵਿੱਚ ਸਾਡੇ ਆਸ਼ੀਰਵਾਦ ਸਦਕਾ ਗੁਰਮਤਿ ਪ੍ਰਕਾਸ਼ ਹੋਏਗੀ। ਹਉਮੈ ਦਾ ਤਿਆਗ ਕਰਨਾ, ਪਰਮੇਸ਼ਰ ਦੇ ਭਾਣੇ ਵਿੱਚ ਰਹਿਣਾ। ਇਹ ਜਿਹੜਾ ਵਿਅਰਥ ਮੈਂ ਦਾ, ਅਭਿਮਾਨ ਦਾ, ਹੰਕਾਰ ਦਾ, ਹਉਮੈ ਦਾ ਭਾਰ ਹੈ, ਵਾਧੂ ਹੀ ਇਸ ਨੂੰ ਤਿਆਗ ਕੇ ਆਪਣੇ ਨਿੱਜੀ ਸਰੂਪ ਦਾ, ਸਹਿਜ ਸਰੂਪ ਦਾ ਗਿਆਨ ਪ੍ਰਾਪਤ ਕਰਨਾ, ਅਨੁਭਵ ਗਿਆਨ ਪ੍ਰਾਪਤ ਕਰਨਾ। ਜੋ ਪਰਮੇਸ਼ਰ ਭੂਤਕਾਲ ਦੇ ਵਿੱਚ ਸੀ ਔਰ ਭਵਿੱਖਤ ਸਮੇਂ ਦੇ ਵਿੱਚ ਵੀ ਹੋਏਗਾ। ਜੋ ਵਾਹਿਗੁਰੂ ਸਤਿਚਿਤ ਆਨੰਦ ਸਰੂਪ ਹੈ। ਆਪਾਂ ਸਾਰੇ ਜੀਵ ਉਸੇ ਦੀ ਅੰਸ਼ ਹਾਂ। ਬਿਰਤੇ ਨੂੰ ਸੂਖਮ ਕਰਨਾ ਹੈ, ਅੰਤਰਮੁਖ ਕਰਨਾ ਹੈ, ਮਨ ਤੂੰ ਜੋਤ ਸਰੂਪ ਹੈ ਵਾਲੀ ਅਵਸਥਾ ਨੂੰ ਪੁੱਜਣਾ ਹੈ। ਉਹ ਵਾਹਿਗੁਰੂ ਸੂਖਸ਼ਮ ਤੋਂ ਸੂਖਸ਼ਮ ਹੈ, ਅਸਥੂਲ ਤੋਂ ਅਸਥੂਲ ਹੈ। ਅੰਤਸ਼ਕਰਨ ਦੀ ਉਪਾਧੀ ਦੇ ਨਾਲ ਮਿਲ ਕਰਕੇ ਇੰਦਰੀਆਂ ਦੇ ਨਾਲ ਸੰਬੰਧ ਬਣਾ ਕੇ ਪ੍ਰਕਾਸ਼ਦਾ ਹੈ।
ਇਉਂ ਗਰੀਬ ਨਵਾਜ ਸੱਚੇ ਪਾਤਸ਼ਾਹ ਬ੍ਰਹਮ ਗਿਆਨ ਦਾ ਸ਼ੁੱਧ ਉਪਦੇਸ਼ ਇਸ ਭਾਗੀ ਜੋੜੀ ਨੂੰ ਬਖਸ਼ਿਸ਼ ਕਰ ਰਹੇ ਹਨ। ਇੱਥੋਂ ਤੱਕ ਕੱਲ੍ਹ ਆਪਾਂ ਇਹ ਪਾਵਨ ਪਵਿੱਤਰ ਪ੍ਰਸੰਗ ਸ਼ਰਵਣ ਕੀਤਾ ਸੀ। ਅੱਗੇ ਜਿਸ ਪ੍ਰਕਾਰ ਗੁਰ ਇਤਿਹਾਸ ਦੀ ਪਾਵਨ ਵਿਚਾਰ ਆ ਰਹੀ ਹੈ, ਆਓ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਗਰੀਬ ਨਵਾਜ ਗੁਰੂ ਸਾਹਿਬ ਜੀ ਦੇ ਪਵਿੱਤਰ ਜੀਵਨ ਕੌਤਕਾਂ ਦੀ ਕਥਾ ਦੇ ਨਾਲ ਜੁੜ ਕੇ ਲਾਹਾ ਖੱਟੀਏ ਜੀ। ਵਾਹਿਗੁਰੂ ਸਾਹਿਬ ਜੀ ਹਰਿ ਸੋਗ ਕੋ ਭਾਗੀ ਗਾਵਨ ਕਰ। ਗਰੀਬ ਨਵਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਆ, ਇਹ ਜੀਵ ਹਉਮੈ ਦਾ ਬੱਝਾ ਹੋਇਆ ਹੰਤਾ ਦਾ ਸ਼ਿਕਾਰ ਹੁੰਦਾ ਹੈ। ਇਸ ਕਰਕੇ ਕਦੇ ਹਰਖ ਪ੍ਰਸੰਨਤਾ ਦੇ ਵਿੱਚ ਜਿਉਂਦਾ ਹੈ, ਸੁੱਖ ਦੇ ਵਿੱਚ ਜਿਉਂਦਾ ਹੈ, ਕਦੇ ਸੋਗ ਵਿਰਲਾਪ ਕਰਦਾ ਹੈ, ਰੋਂਦਾ ਹੈ, ਦੁੱਖ ਦੇ ਵਿੱਚ ਪਿਆ ਹੋਇਆ ਕਲਪਦਾ ਹੈ। ਇਹ ਦੁੱਖ ਸੁੱਖ ਦਾ ਭਾਗੀ ਬਣ ਕੇ ਹਉਮੈ ਦਾ ਬੱਝਾ ਕਦੇ ਜੰਮਦਾ ਹੈ, ਕਦੇ ਮਰਦਾ ਹੈ। ਵਾਰ-ਵਾਰ ਇਹ ਜਨਮ ਪ੍ਰਾਪਤ ਕਰਦਾ ਰਹਿੰਦਾ ਹੈ ਜੀ। ਜਨਮ ਮਰਨ ਕੋ ਪੁਨ ਪੁਨ ਪਾਏ। ਜੰਮਣ ਤੇ ਮਰਨ ਦੇ ਗੇੜ ਦੇ ਵਿੱਚ ਵਾਰ-ਵਾਰ ਪਿਆ ਰਹਿੰਦਾ ਹੈ, ਆਉਂਦਾ ਜਾਂਦਾ ਰਹਿੰਦਾ ਹੈ। ਰਹਿ ਸੰਖਿਆ ਪੂਰਬ ਤਨ ਧਾਰਨ। ਕਿੰਨੇ ਕੁ ਵਾਰ ਇਸ ਨੇ ਪਹਿਲਾਂ ਕਿੰਨੇ ਕੁ ਤਨ ਧਾਰੇ, ਇਸ ਗੱਲ ਦੀ ਕੋਈ ਸੰਖਿਆ ਹੀ ਨਹੀਂ, ਇਸ ਗੱਲ ਦੀ ਕੋਈ ਗਿਣਤੀ ਨਹੀਂ ਹੈ। ਵਿਦਿਆ ਦਾ ਪ੍ਰੇਰਿਆ ਹੈ ਨਾ, ਅਗਿਆਨੀ ਹੈ ਨਾ, ਇਸ ਕਰਕੇ ਭੁੱਲ ਜਾਂਦਾ ਹੈ ਹਰੇਕ ਗੱਲ। ਤੁਸ਼ ਹੈ ਬੁੱਧੀ ਅਲਪ ਹੈ, ਸ਼ੂਨ ਹੈ, ਨਿਊਨ ਹੈ, ਸਥੂਲ ਹੈ, ਮਤ ਇਸ ਦੀ ਮੋਟੀ ਹੈ। ਇਸ ਜਨਮ ਦੇ ਕੀਤੇ ਕਾਰੇ ਚੇਤੇ ਨਹੀਂ ਰਹਿੰਦੇ। ਬਾਲਪਨ ਦੀਆਂ ਗੱਲਾਂ ਕਿਸ਼ੋਰਾਵਸਥਾ ਵਿੱਚ ਨਹੀਂ ਰਹਿੰਦੀਆਂ, ਕਿਸ਼ੋਰਾਵਸਥਾ ਦੀਆਂ ਗੱਲਾਂ ਜਵਾਨੀ ਵਿੱਚ ਭੁੱਲ ਜਾਂਦੀਆਂ, ਵਿਸਰ ਜਾਂਦੀਆਂ। ਜਵਾਨੀ ਦੀਆਂ ਗੱਲਾਂ ਬਚਪਨ ਦੇ ਵਿੱਚ ਬੁਢਾਪੇ ਦੇ ਵਿੱਚ ਚੇਤੇ ਨਹੀਂ ਰਹਿੰਦੀਆਂ। ਬੁਢਾਪੇ ਵਿੱਚ ਜਾ ਕੇ ਕੋਈ ਧੁੰਦਲੇ, ਕੋਈ ਵਿਰਲੇ ਐਸੀ ਮੋਟੀ ਮੋਟੀ ਯਾਦ ਹੁੰਦੀ ਹੈ ਜਿਹੜੀ ਚੇਤੇ ਰਹਿ ਜਾਂਦੀ ਹੈ, ਬਾਕੀ ਸੂਖਮ ਵਿਸਰ ਜਾਂਦੀਆਂ। ਜਦੋਂ ਇਸ ਜਨਮ ਦੀਆਂ ਹੀ ਇਹ ਚੇਤੇ ਨਹੀਂ ਰੱਖ ਸਕਦਾ ਤੇ ਪੂਰਬਲੇ ਜਨਮਾਂ ਦੀਆਂ ਕਿਵੇਂ ਚੇਤੇ ਰੱਖੇ। ਭਰਮ ਦਾ ਪਿਆ ਹੋਇਆ, ਭੁਲੇਖੇ ਦਾ ਸ਼ਿਕਾਰ ਹੋਇਆ, ਇਉਂ ਹੀ ਜਾਣਦਾ ਵੀ ਖਣੀ ਮੈਂ ਜਿਹੜਾ ਜੀਵਨ ਜੀ ਰਿਹਾ ਹਾਂ ਮੇਰਾ ਬਸ ਇਹੀ ਜੀਵਨ ਹੈ। ਪਰ ਗਰੀਬ ਨਵਾਜ ਗੁਰੂ ਸਾਹਿਬ ਜੀ ਗੁਰਬਾਣੀ ਦੇ ਵਿੱਚ ਬਖਸ਼ਿਸ਼ ਕਰਦੇ ਆ, ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਤੂ ਜਗ ਮਹਿ ਆਇਆ। ਜਦੋਂ ਦਾ ਇਸ ਸ੍ਰਿਸ਼ਟੀ ਦਾ ਮੂਲ ਮੁੱਢ ਵੱਜਿਆ, ਬੀਜ ਬੀਜਿਆ, ਉਦੋਂ ਦਾ ਤੂੰ ਜੋਤ ਪ੍ਰਕਾਸ਼ ਹੋ ਰਿਹਾ ਹੈ। ਵਾਰ-ਵਾਰ ਜਨਮ ਲੈ ਰਿਹਾ ਹੈ, ਵਾਰ-ਵਾਰ ਮਰ ਰਿਹਾ ਹੈ। ਬਸ ਤੇਰੀ ਮੱਤ ਥੋੜ੍ਹੀ ਹੈ, ਸ਼ੂਨ ਹੈ, ਨਿਊਨ ਹੈ, ਇਸ ਕਰਕੇ ਤੈਨੂੰ ਚੇਤਾ ਨਹੀਂ ਰਹਿੰਦਾ। ਜਿਨ੍ਹਾਂ ਨੂੰ ਚੇਤਾ ਰਹਿੰਦਾ ਉਹਨਾਂ ਨੇ ਐਲਾਨੀਆਂ ਤੌਰ 'ਤੇ ਆਖਿਆ, ਬਹੁਤ ਜਨਮ ਵਿਛਰੇ ਥੇ ਵਾਧੋ ਇਹੋ ਜਨਮ ਤੁਮਾਰੇ ਲੇਖੇ। ਅਣਕ ਜਨਮ ਭਏ ਗਜ ਮੀਨ ਕੁਰੰਗਾ। ਗਰੀਬ ਨਵਾਜ ਨੇ ਤਮਾਮ ਗਿਣਤੀ ਕਰਾਈ ਇਸ ਸ਼ਬਦ ਦੇ ਵਿੱਚ। ਤੂੰ ਪੱਥਰ ਵੀ ਬਣਿਆ, ਤੂੰ ਰੁੱਖ ਵੀ ਬਣਿਆ, ਤੂੰ ਮਿੱਟੀ ਵੀ ਬਣਿਆ। ਜੋ ਜੋ ਇਸ ਸ੍ਰਿਸ਼ਟੀ ਦੇ ਵਿੱਚ ਪੈਦਾਇਸ਼ ਹੋ ਰਿਹਾ ਆਕਾਰ ਤੈਨੂੰ ਨਜ਼ਰ ਆਇਆ, ਸਾਰੇ ਆਕਾਰ ਦੇ ਵਿੱਚ ਦੀ ਲੰਘ ਕੇ ਆਇਆ ਤੂੰ। ਔਰ ਜੋ ਜੋ ਤੈਨੂੰ ਨਜ਼ਰ ਨਹੀਂ ਆ ਰਿਹਾ ਤੂੰ ਉਹਦੇ ਵਿੱਚ ਦੀ ਵੀ ਲੰਘ ਕੇ ਆਇਆ। ਇਹ ਤੇਰੀ ਇਸ ਉਮਰ ਦੀ ਬੜੀ ਲੰਮੀ ਕਹਾਣੀ ਹੈ। ਮੁਕਤੀ ਤੋਂ ਬਿਨਾਂ ਭਰਮ ਰਿਹਾ ਹੈ। ਬਸ ਗਿਆਨ ਨਹੀਂ ਹੈ। ਅਵਿਦਿਆ ਕਰਕੇ, ਮਾਇਆ ਦੇ ਗ੍ਰਸ ਲੈਣ ਕਰਕੇ ਵਿਸਾਰ ਕੇ ਬਹਿ ਗਏ ਆਪਣਾ ਆਪ, ਭੁਲਾ ਕੇ ਬਹਿ ਗਿਆ ਹੈ ਆਪਣਾ ਆਪ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਹਉਮੈ ਦਾ ਸ਼ਿਕਾਰ ਹੋਇਆ ਜੀਵ ਹੰਗਤਾ ਦੇ ਵਿੱਚ ਡੁੱਬਿਆ ਹੋਇਆ ਪਤਾ ਨਹੀਂ ਕਿੰਨੀ ਕੁ ਵਾਰ ਦੁੱਖ ਭੋਗਦਾ ਹੈ। ਸੁੱਖ ਦਾ ਸਮਾਂ ਆਉਂਦਾ ਜਦੋਂ ਤਮਾਮ ਦੁੱਖ ਵਿਸਾਰ ਬਹਿੰਦਾ, ਫਿਰ ਜੀਵਨ ਚੰਗਾ ਲੱਗਦਾ, ਰਸ ਮਾਣ ਮਾਣ ਕੇ ਜਿਉਂਦਾ, ਕਹਿੰਦਾ ਮੇਰੀ ਉਮਰ ਲੰਮੀ ਹੋ ਜਾਵੇ। ਜੇ ਅਤਿਅੰਤ ਭਾਰੀ ਦੁੱਖ ਪੈ ਜਾਂਦਾ ਤਮਾਮ ਸੁੱਖ ਵਿਸਰ ਜਾਂਦੇ ਆ, ਇਹਨੂੰ ਭੁੱਲ ਜਾਂਦੇ ਆ ਸਾਰੇ ਸੁੱਖ, ਦੁੱਖਾਂ ਦੇ ਵਿੱਚ ਪਿਆ ਕਲਪਦਾ, ਫਿਰ ਕਹਿੰਦਾ ਮੈਨੂੰ ਜੀਵਨ ਚੰਗਾ ਨਹੀਂ ਲੱਗਦਾ। ਸੁਭਾਵ ਹੈ ਨਾ ਇਸ ਦਾ। ਕਿੰਨੇ ਹੀ ਜੀਵ ਹੈ ਕਈ ਵਾਰੀ ਐਡੇ ਭਾਰੀ ਦੁੱਖ ਦੇ ਸ਼ਿਕਾਰ ਹੋ ਜਾਂਦੇ ਆ, ਰੱਬ ਕਰੇ ਨਾ ਕਿਸੇ ਨਾਲ, ਪਰ ਕਈ ਹੋ ਜਾਂਦੇ ਐਸੇ ਦੁਖੀ ਹੁੰਦੇ ਆ, ਰੱਬ ਅੱਗੇ ਹੱਥ ਜੋੜਦੇ ਆ ਵੀ ਇਸ ਜ਼ਿੰਦਗੀ ਨਾਲੋਂ ਸਾਨੂੰ ਮੌਤ ਚੰਗੀ ਹੈ, ਭਲੀ ਹੈ। ਸੁੱਖ ਦੇ ਸਮੇਂ ਜਿਹੜੀ ਮੌਤ ਚੰਗੀ ਨਹੀਂ ਲੱਗਦੀ, ਦੁੱਖ ਦੇ ਸਮੇਂ ਉਹ ਮੌਤ ਮੰਗਦਾ, ਚੰਗੀ ਲੱਗਦੀ ਹੈ। ਦੁੱਖ ਦੇ ਸਮੇਂ ਜਿਹੜੀ ਮੌਤ ਚੰਗੀ ਲੱਗਦੀ ਹੈ, ਸੁੱਖ ਦੇ ਸਮੇਂ ਉਹ ਮੌਤ ਚੰਗੀ ਨਹੀਂ ਲੱਗਦੀ। ਸੁੱਖ ਦੇ ਸਮੇਂ ਫਿਰ ਜੀਵਨ ਮੰਗਦਾ ਹੈ, ਫਿਰ ਉਮਰ ਲੰਮੀ ਹੋ ਜਾਵੇ, ਜ਼ਿਆਦਾ ਸਮਾਂ ਜੀਵਾਂ। ਹੁਣ ਵੇਖੋ ਇੱਥੇ ਹੀ ਕਿੱਡੀ ਵੱਡੀ ਭੁੱਲ ਹੈ, ਅਸਲੀ ਭੇਦ ਤੇ ਇੱਥੋਂ ਨਹੀਂ ਪ੍ਰਾਪਤ ਹੋ ਰਿਹਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਤਾ ਨਹੀਂ ਕਿੰਨੀ ਕੁਬੇਰ ਪਹਿਲਾਂ ਵੀ ਇਸ ਸਰੀਰ ਨੂੰ ਧਾਰ ਧਾਰ ਕੇ ਇਹ ਮਨੁੱਖ ਇਸ ਸੰਸਾਰ ਦੇ ਵਿੱਚ ਆਉਂਦਾ ਰਿਹਾ ਹੈ ਜੀ। ਨਹਿ ਸੰਖਿਆ ਪੂਰਬਾ ਤਨ ਧਾਰਦਾ, ਕੋਈ ਗਿਣਤੀ ਨਹੀਂ ਕਿੰਨੇ ਕੁ ਵਾਰ ਇਸ ਨੇ ਪਹਿਲਾਂ ਹੋਰ ਸਰੀਰ ਜਿਹੜੇ ਆ ਉਹ ਧਾਰਨ ਕੀਤੇ ਹਨ। 84 ਲੱਖ ਜੂਨ ਪਰਮਾਈ, 84 ਲੱਖ ਜੂਨੀ ਦੇ ਵਿੱਚ ਭਰਮਿਆ। ਜੇ ਕੋਈ ਇੱਕ ਅੱਧਾ ਸਰੀਰ ਹੋਵੇ ਤੇ ਗਿਣ ਕੇ ਦੱਸਿਆ ਜਾ ਸਕਦਾ। 84 ਲੱਖ ਜੂਨੀਆਂ ਦਾ ਸ਼ਿਕਾਰ ਹੋਇਆ ਜੀਵ ਪਹਿਲਾਂ। ਆਗੈ ਜੋਗ ਸੰਖ ਮਹਿ ਜਾਨੋ, ਗਰੀਬ ਨਵਾਜ ਕਹਿੰਦੇ ਅੱਗੇ ਅਸੰਖ ਯੁਗਾਂ ਦੀ ਖੇਡ ਮੰਨੋ, ਜੇ ਹੁਣ ਨਹੀਂ ਛੁਟਕਾਰਾ ਹੋਇਆ ਹੈ ਮਨੁੱਖਾ ਦੇਹੀ ਪ੍ਰਾਪਤ ਕਰਕੇ ਮੁਕਤੀ ਦੀ ਪਦਵੀ ਤੇ ਨਾ ਪੁੱਜ ਸਕੇ ਤੇ ਕਈ ਯੁੱਗਾਂ ਤੱਕ ਫਿਰ ਅਨੇਕਾਂ ਜੂਨੀਆਂ ਪ੍ਰਾਪਤ ਕਰਕੇ ਅਨੇਕਾਂ ਸਰੀਰ ਧਾਰਨ ਕਰਕੇ ਇੱਥੇ ਹੀ ਦੁੱਖ ਦਾ ਸ਼ਿਕਾਰ ਹੋਣਾ ਪਏਗਾ। ਦੇਹ ਭੋਗੈ ਬਿਨਸਾਈ, ਫਿਰ ਵਾਰ-ਵਾਰ ਸਰੀਰ ਨੂੰ ਪ੍ਰਾਪਤ ਕਰੇਗਾ, ਵਾਰ-ਵਾਰ ਇਸ ਸਰੀਰ ਨੂੰ ਭੋਗੇਗਾ ਔਰ ਵਾਰ-ਵਾਰ ਇਸ ਸਰੀਰ ਦੇ ਵਿੱਚ ਹੁੰਦਿਆਂ ਹੋਇਆਂ ਵਿਨਾਸ਼ ਹੁੰਦਾ ਰਹੇਗਾ, ਮਿਟਦਾ ਰਹੇਗਾ। ਵਾਰ-ਵਾਰ ਜਮ ਕੈ ਬਸ ਪਰ ਕੈ, ਵਾਰ-ਵਾਰ ਜਮਾਂ ਦੇ ਵਸ ਪੈ ਪੈ ਕਰਕੇ। ਊਚ ਕੇ ਨੀਚਾ ਹਰਨ ਕੈ ਭਾਈ, ਕਦੇ ਉੱਚੀ ਜੋਨੀ ਦੇ ਵਿੱਚ ਆਏਗਾ, ਕਦੇ ਨੀਵੀਂ ਜੋਨੀ ਦੇ ਵਿੱਚ ਆਏਗਾ। ਜਿਵੇਂ ਟਿੰਡਾਂ ਵਾਲੀ ਮਾਲ ਚੱਲਦੀ ਹੈ ਨਾ, ਖੂਹ ਦੇ ਵਿੱਚੋਂ ਪਾਣੀ ਕੱਢਣ ਦੇ ਵਾਸਤੇ ਪੁਰਾਣੇ ਖੂਹ ਹੁੰਦੇ ਸੀ ਜਿਹੜੇ ਹਲਟਾਂ ਵਾਲੇ, ਉਹਦੇ ਵਿੱਚ ਕੋਈ ਟਿੰਡ ਉੱਚੀ ਹੈ ਕੋਈ ਨੀਵੀਂ ਹੈ, ਪਰ ਸਾਰੀਆਂ ਟਿੰਡਾਂ ਜਦੋਂ ਗੇੜਾ ਖਾਂਦੀਆਂ ਸਭ ਨੂੰ ਜਿਹੜੀ ਉੱਚੀ ਹੁੰਦੀ ਆ ਉਹਨੂੰ ਨੀਵੀਂ ਹੋਣਾ ਪੈਂਦਾ, ਜਿਹੜੀ ਨੀਵੀਂ ਹੁੰਦੀ ਉਹਨੂੰ ਉੱਚਾ ਹੋਣਾ ਪੈਂਦਾ। ਇਉਂ ਹੀ ਇਹ ਜੂਨੀਆਂ ਦਾ ਚੱਕਰ ਹੈ। ਅੱਜ ਮਨੁੱਖ ਦੇ ਹੀ ਆ, ਕੱਲ੍ਹ ਨੂੰ ਕਿਸੇ ਪੰਛੀ ਦੀ ਜੂਨ ਵਿੱਚ, ਕਿਸੇ ਪਸ਼ੂ ਦੀ ਜੂਨ ਵਿੱਚ, ਬਨਸਪਤੀ ਦੀ ਜੂਨ ਵਿੱਚ, ਕਿਸੇ ਕੀੜੇ ਮਕੌੜੇ ਦੀ ਜੂਨ ਦੇ ਵਿੱਚ। ਇਹ ਉਹ ਟਿੰਡਾਂ ਵਾਲੀ ਮਾਲ ਦੇ ਵਾਂਗੂ, ਉਹ ਟਿੰਡਾਂ ਦੇ ਵਾਂਗੂ ਗੇੜੇ ਖਾਂਦਾ ਹੀ ਰਹਿੰਦਾ ਜੀਵ, ਹਮੇਸ਼ਾ ਭਟਕਦਾ ਹੋਇਆ। ਪਰ ਜਿੱਥੇ ਜਿੱਥੇ ਵੀ ਸਰੀਰ ਧਾਰਦਾ ਕਦੇ ਸਥਿਰ ਨਹੀਂ ਰਹਿੰਦਾ। ਜਿਹੜਾ ਵੀ ਸਰੀਰ ਪ੍ਰਾਪਤ ਹੁੰਦਾ ਹੈ ਉਹ ਸਾਰੇ ਸਰੀਰ ਮਿਟ ਜਾਂਦੇ ਆ, ਮੌਤ ਸਾਰਿਆਂ ਨੂੰ ਗ੍ਰਸ ਲੈਂਦੀ ਹੈ। ਬਿਨ ਤਨ ਰਹਿ ਨਹੀਂ ਕਿਸ ਕਾਲ, ਔਰ ਨਾ ਕਿਸੇ ਸਮੇਂ ਇਹ ਬਿਨਾਂ ਕਿਸੇ ਸਰੀਰ ਤੋਂ ਰਹਿ ਸਕਦਾ ਹੈ। ਕਈ ਨਿਖਿਧ ਜੋਨੀਆਂ ਐਸੀਆਂ ਹੈ ਜਿਵੇਂ ਭੂਤ ਹੈ, ਪ੍ਰੇਤ ਹੈ, ਪਿਸ਼ਾਚ ਹੈ, ਪਰ ਉਹਨਾਂ ਦਾ ਵੀ ਸਮਾਂ ਹੈ, ਕੁਝ ਸਮਾਂ ਰਹਿ ਸਕਦਾ ਹੈ, ਪਰ ਐਸਾ ਸਮਾਂ ਕੋਈ ਨਹੀਂ ਵੀ ਇਹ ਸਦੀਵ ਕਾਲ ਸਰੀਰ ਤੋਂ ਬਿਨਾਂ ਹੀ ਰਹੇ। ਨਹੀਂ, ਜੇ ਮੁਕਤ ਨਹੀਂ ਹੋਇਆ ਤੇ ਸਰੀਰ ਪ੍ਰਾਪਤ ਕਰਨਾ ਹੀ ਪਏਗਾ।
ਜੂਨੀ ਦੇ ਵਿੱਚ ਤੇ ਆਉਣਾ ਹੀ ਪਏਗਾ, ਸਮਾਂ ਪਾ ਕੇ ਸਹੀ, ਪਰ ਆਏਗਾ ਜ਼ਰੂਰ। ਸੋ ਕਹਿੰਦੇ ਇਹ ਹਮੇਸ਼ਾ ਇਸ ਦੇ ਨਾਲ ਇਹ ਖੇਡ ਵਾਪਰਦੀ ਰਹਿੰਦੀ ਹੈ ਮੁਕਤੀ ਤੋਂ ਬਿਨਾ। ਇਹ ਐਸੇ ਦੁੱਖ ਦੇ ਵਿੱਚ, ਐਸੇ ਸੰਕਟ ਦੇ ਵਿੱਚ, ਐਸੇ ਗੇੜ ਦੇ ਵਿੱਚ ਪਿਆ ਰਹਿੰਦਾ ਹੈ ਜੀ। ਜਾਦੇ ਬੜ ਸੰਕਟ ਪਹੁੰਚੇ ਆਗਾਰਾ। ਔਰ ਇਸੇ ਤਰੀਕੇ ਦੇ ਨਾਲ ਵੱਡੇ ਵੱਡੇ ਇਹਨਾਂ ਸੰਕਟਾਂ ਦੇ ਦੁੱਖਾਂ ਦੇ ਵਿੱਚੋਂ ਨਿਕਲਣ ਦੇ ਲਈ ਇਸ ਹਉਮੈ ਨੂੰ ਤਿਆਗਣਾ ਹੀ ਚੰਗਾ ਹੈ। ਕਰਹਿ ਭਲੇ ਨਾਰਾ ਜਤਨ ਵਿਸਾਰਾ। ਜਿਹੜੇ ਚੰਗੇ ਮਨੁੱਖ ਹੈ ਉਹ ਯਤਨ ਜ਼ਰੂਰ ਕਰਦੇ ਹੈ, ਔਰ ਵੱਡੇ ਵੱਡੇ ਯਤਨ ਕਰਦੇ ਆ, ਉਹ ਛੋਟੇ ਛੋਟੇ ਯਤਨ ਨਹੀਂ ਕਰਦੇ। ਵੱਡੇ ਵੱਡੇ ਹੀਲੇ ਕਰਦੇ ਆ ਵੀ ਇਹ ਹਉਮੈ, ਇਹ 84 ਦਾ ਗੇੜ ਕਿਸੇ ਤਰੀਕੇ ਇਹਦੇ ਵਿੱਚੋਂ ਬਾਹਰ ਨਿਕਲ ਆਈਏ, ਕਿਸੇ ਤਰੀਕੇ ਇਹ ਨਿਰਵਿਰਤ ਹੋ ਜਾਵੇ, ਕਿਸੇ ਤਰੀਕੇ ਇਸ ਦੇ ਵਿੱਚੋਂ ਛੁਟਕਾਰਾ ਹੋ ਜਾਵੇ। ਇੱਕ ਸਿਮਰਨ ਸਤਨਾਮ ਕਰੇ ਬਿਨਾ। ਪਰ ਇੱਕ ਸਿਮਰਨ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਜਪੇ ਤੋਂ ਬਿਨਾ ਹਸਿਓ ਰਹਿ ਇਹ ਨਿਤ ਜਮਕਾਰਾ। ਇਸ ਜੀਵ ਦੀ ਬਦਕਿਸਮਤੀ ਹੈ ਕਿ ਹਮੇਸ਼ਾ ਪਰਮੇਸ਼ਰ ਦਾ ਸਿਮਰਨ ਛੱਡ ਕੇ ਉਸੇ ਸੰਕਟ ਦੇ ਵਿੱਚ, ਉਸੇ ਜਾਲ ਦੇ ਵਿੱਚ, ਜਮਾਂ ਦੀ ਗ੍ਰਿਫਤ ਦੇ ਵਿੱਚ ਫਸਿਆ ਰਹਿੰਦਾ ਹੈ। ਬਿਨ ਸਤਿਗੁਰ ਤੇ ਨਾਮ ਨਾ ਪ੍ਰਾਪਤ। ਬਿਨਾਂ ਸਤਿਗੁਰੂ ਦੀ ਸ਼ਰਨ ਆਏ ਤੋਂ ਇਸ ਨੂੰ ਨਾਮ ਨਹੀਂ ਪ੍ਰਾਪਤ ਹੋ ਸਕਦਾ। ਗੁਰ ਸੇਵਹਿ ਤਬ ਹੋਏ ਨਿਹਾਲ। ਫਿਰ ਸਤਿਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਜਦੋਂ ਸਤਿਗੁਰੂ ਦੀ ਸੇਵਾ ਕਰਦਾ ਹੈ ਫਿਰ ਇਹ ਨਿਹਾਲ ਹੁੰਦਾ ਹੈ। ਸਤਿਗੁਰੂ ਦੀ ਸੇਵਾ ਇਸ ਨੂੰ ਯੋਗ ਬਣਾਉਂਦੀ ਹੈ ਸਤਿਗੁਰੂ ਦਾ ਉਪਦੇਸ਼ ਗ੍ਰਹਿਣ ਕਰਨ ਦੇ। ਸਤਿਗੁਰੂ ਦੀ ਸੇਵਾ ਇਸ ਨੂੰ ਕਾਬਲ ਬਣਾਉਂਦੀ ਹੈ ਗਰੀਬ ਨਵਾਜ ਗੁਰੂ ਸਾਹਿਬ ਜੀ ਦਾ ਦਿੱਤਾ ਹੋਇਆ ਮੰਤਰ ਜਪਣ ਦੇ। ਸਤਿਗੁਰੂ ਦੀ ਸੇਵਾ ਦਾ ਇਹ ਲਾਭ ਆ ਵੀ ਮਨੁੱਖ ਕਾਬਲ ਬਣਦਾ ਹੈ, ਸੇਵਾ ਕੀਤੇ ਤੋਂ ਬਿਨਾਂ ਨਾ ਕਾਬਲ ਰਹਿੰਦਾ ਹੈ। ਪਹਿਲਾਂ ਸਭ ਨਾਲੋਂ ਸਤਿਗੁਰੂ ਦੀ ਹਜ਼ੂਰੀ ਦੇ ਵਿੱਚ ਸਰੀਰ ਹੀ ਲੈ ਕੇ ਆਉਣਾ ਪਏਗਾ। ਗਰੀਬ ਨਵਾਜ ਗੁਰੂ ਸਾਹਿਬ ਜੀ ਦਾ ਸ਼ੁਭ ਉਪਦੇਸ਼ ਆਪਾਂ ਪੜ੍ਹਦੇ ਹਾਂ, ਤਨ ਮਨ ਧਨ ਸਭ ਸੌਖ ਗੁਰ ਕਾ ਹੁਕਮ ਮੰਨਿਆ ਪਾਈਏ। ਪਹਿਲੇ ਨੰਬਰ ਤੇ ਮਹਾਰਾਜ ਨੇ ਤਨ ਰੱਖਿਆ। ਜਿਹੜੀ ਚੀਜ਼ ਅਤਿਅੰਤ ਜ਼ਰੂਰੀ ਹੈ ਸਤਿਗੁਰੂ ਨੂੰ ਅਰਪਣ ਕਰਨੀ ਜੀਵਨ ਕਾਲ ਦੇ ਵਿੱਚ, ਤਿੰਨੇ ਚੀਜ਼ਾਂ ਹੀ, ਇਹਨਾਂ ਤਿੰਨਾਂ ਦੇ ਆਸਰੇ ਮਨੁੱਖ ਜੀਂਦਾ ਹੈ, ਮਨ ਦੇ ਆਸਰੇ, ਤਨ ਦੇ ਆਸਰੇ ਤੇ ਧਨ ਦੇ ਆਸਰੇ। ਸਭ ਨਾਲੋਂ ਪਹਿਲਾਂ ਗੁਰੂ ਦੀ ਹਜ਼ੂਰੀ ਦੇ ਵਿੱਚ ਤਨ ਅਰਪਣਾ ਪਏਗਾ। ਤਨ ਮਨ ਧਨ ਸਭ ਸੌਖ ਗੁਰ ਕਉ। ਮਹਾਰਾਜ ਨੇ ਨੰਬਰ ਵਾਈਜ਼ ਲਿਖੇ। ਪਹਿਲੇ ਨੰਬਰ ਤੇ ਤਨ ਹੈ। ਪਹਿਲਾਂ ਤਨ ਸਤਿਗੁਰੂ ਦੀ ਸੇਵਾ ਦੇ ਵਿੱਚ ਅਰਪਣ ਕਰ। ਜਦੋਂ ਸੇਵਾ ਫਲਣ ਲੱਗ ਜਾਏ ਫਿਰ ਧਨ ਵੀ ਸਤਿਗੁਰੂ ਨੂੰ ਅਰਪਣ ਕਰ ਦੇ। ਧਨ ਸੰਪਦਾ ਵਿਭੂਤੇ ਜੋ ਪਦਾਰਥ ਹੈ ਸਭ ਸਤਿਗੁਰੂ ਦੇ ਹਜ਼ੂਰ ਅਰਪ ਦੇ। ਜਦੋਂ ਸਤਿਗੁਰੂ ਉਹ ਵੀ ਭੇਟਾ ਤੇਰੀ ਸਵੀਕਾਰ ਕਰ ਲਵੇ ਫਿਰ ਵਾਰੀ ਮਨ ਦੀ ਆਉਂਦੀ ਹੈ। ਔਰ ਇਹ ਵੀ ਬੇਨਤੀ ਹੈ ਕਿ ਮਨ ਕੋਈ ਆਪਣਾ ਧੱਕੇ ਦੇ ਨਾਲ ਕਦੇ ਵੀ ਨਹੀਂ ਅਰਪਣ ਕਰ ਸਕਦਾ। ਮਨ ਦੀ ਭੇਟਾ ਗੁਰੂ ਆਪ ਲੈਂਦਾ ਸਿੱਖ ਪਾਸੋਂ, ਸਿੱਖ ਦੇ ਨਹੀਂ ਸਕਦਾ ਕਦੇ ਵੀ। ਇਹ ਸਮਰੱਥਾ ਹੈ ਨਹੀਂ ਇਹਦੇ ਵਿੱਚ, ਤੇ ਇੰਨੀ ਸਮਰੱਥਾ ਨਹੀਂ ਹੈ ਵੀ ਆਪਣਾ ਆਲਸ ਜਿੱਤ ਕੇ ਤਾਨੀ ਸਤਿਗੁਰੂ ਦੀ ਸੇਵਾ ਦੇ ਵਿੱਚ ਭੇਟ ਕਰ ਦੇਵੇ। ਇਹਦੇ ਵਿੱਚ ਤੇ ਇੰਨੀ ਸਮਰੱਥਾ ਨਹੀਂ ਹੈ ਵੀ ਕਮਾਇਆ ਹੋਇਆ ਧਾਨੀ ਸਤਿਗੁਰਾਂ ਦੇ ਹਜ਼ੂਰ ਚਰਨਾਂ ਵਿੱਚ ਲਿਆ ਕੇ ਢੇਰੀ ਕਰ ਦੇਵੇ। ਮਨ ਤੇ ਬਹੁਤ ਦੂਰ ਦੀ ਤੇ ਬੜੀ ਸੂਖਮ ਖੇਡ ਹੈ। ਮਨ ਵਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਏ। ਮਨ ਦੀ ਭੇਟਾ ਸਤਿਗੁਰੂ ਉਦੋਂ ਲੈਂਦਾ ਸਿੱਖ ਦੇ ਪਾਸੋਂ ਆਪ ਜਦੋਂ ਸਤਿਗੁਰੂ ਦੀ ਪੂਰਨ ਕਿਰਪਾ ਹੁੰਦੀ ਹੈ ਸਿੱਖ ਦੇ ਉੱਪਰ, ਪੂਰੀ ਬਖਸ਼ਿਸ਼ ਹੁੰਦੀ ਹੈ। ਜਦੋਂ ਤਨ ਸੋਧਿਆ ਜਾਂਦਾ ਸੇਵਾ ਦੇ ਨਾਲ, ਤਨ ਦੀ ਜਦੋਂ ਹਉਮੈ ਹੰਗਤਾ ਸੇਵਾ ਕਰ ਕਰਕੇ ਨਿਰਵਿਰਤ ਹੁੰਦੀ ਹੈ, ਫਿਰ ਧਨ ਦੀ ਭੇਟਾ ਜਦੋਂ ਨਿਮਰਤਾ ਦੇ ਨਾਲ ਸਤਿਗੁਰੂ ਨੂੰ ਚੜਾਉਂਦਾ, ਧਨ ਸਤਿਗੁਰੂ ਦਾ ਜਾਣ ਕੇ, ਜੇ ਸਤਿਗੁਰੂ ਇਹ ਦੋਵੇਂ ਭੇਟਾਵਾਂ ਕਿਤੇ ਮਨਜ਼ੂਰ ਕਰ ਲਵੇ ਫਿਰ ਸਤਿਗੁਰੂ ਨੂੰ ਪਤਾ ਹੈ ਮੇਰਾ ਸਿੱਖ ਅਸਮਰੱਥ ਹੈ, ਮਨ ਦੀ ਭੇਟਾ ਨਹੀਂ ਕਰ ਸਕਦਾ। ਗਰੀਬ ਨਵਾਜ ਆਪ ਤਰਸ ਖਾ ਕੇ ਤਰੁੱਠਦਾ। ਮਨ ਦੀ ਭੇਟਾ ਸਿੱਖ ਤੋਂ ਆਪ ਲੈਂਦਾ ਗੁਰੂ ਆਪੇ।
जिन्ने सिख सतगुरां दे हजूर आए पहलां सारे तन करके हाजिर होए। मन ते गरीब नवाज गुरु साहिब ने सेवा तो टुट के आपको भेटा प्राप्त की। मन की भेटा कोई नहीं दे सकता, है वहम है। जे कोई कहे ना भी मैं मन आपे टिका लूँगा अपना, ये बड़ा बड़ा भरम है, नहीं हो सकता, कदे भी नहीं हो सकता। हाँ ये जरूर है भी इनू जाच जरूर सिखाउंदा सतगुरु, उद्यम जरूर दिंदा, प्रेरणा दिंदा। प्रेरणा देन दे कुछ साधन गरीब नवाज गुरु साहिब ने मुकर्रर कीते। वो गुरु साहिब दी अमृत बाणी दा जाप है, कथा है, कीर्तन है, ये भगती है। सो महाराज सच्चे पातशाह कहते आउं जदों सतगुरु की मेहर हुंदी है इस जीव दे उपर, जे नहीं हुंदी सतगुरु की बख्शिश तो बिना बिन सतगुरु ते नाम ना प्राप्त। सतगुरु की बख्शिश तो बिना इसनूं नाम नहीं प्राप्त हुंदा। गुर सेव है तब होए निहाला। जदों सतगुरु की सेवा करदा फिर ये निहाल हुंदा, काबल हुंदा। सतगुरु का दिता होया नाम ये अपने हिरदे विच वसाउंदा है। एक होर बरीक थोड़ा जिहा नुक्सा है, नुकता है, समझ लो अस्थूल, छेती समझ में आएगा। जदों आपां पंज प्यारियां दे पास अमृत की दात प्राप्त करने दे वास्ते जाने आ, पंज प्यारे पहला समझाउंदे आ भी जे सिर देना है तो अमृत की दात प्राप्त हो सकती है, नहीं तो नहीं हो सकती। वो ये नहीं कहते भी पहला इन्ने लाख रुपया धन दे फिर अमृत की दात प्राप्त होएगी, जां कोई पदार्थ का चढ़ावा चढ़ा। नहीं कहते पंज प्यारे साहिबान भी पहला मन दे, क्योंकि पता है दिता ही नहीं जा सकता। शुरुआत होनी तन तो आ, शरीर तो आ। गरीब नवाज गुरु साहिब कलगीधर पिता महाराज गुरु गोबिंद सिंह साहिब ने श्री साहब म्यान दे विचों कढ़ के अपने कर कमलों दे विच धारण करके किसी नूं नहीं सी कहा भी मैनूं मन की भेटा दिओ, मंगी सी किसी तो भी मैनूं मन चाहिए सिखां दा। नहीं क्या महाराज ने भी पंज पवित्र मन वाले कोई संत उठ के आउण, साधु उठ के आउण, नहीं क्या महाराज ने। महाराज ने क्या कोई ऐसा सिख उठ के आवे जिहड़ा सिर दे सके, जिहड़ा तन दे सके, जिहड़ा शरीर दे सके। क्योंकि जिन्हों गुरु जिहदे मन दे विच दृढ़ संकल्प बन गया भी मैं शरीर का चढ़ावा चढ़ा देना गुरु नूं, गुरु प्रसन्न हो के उहदे तो मन का चढ़ावा तो आपे ही चढ़वा लैंदा। और यह चढ़वा भी गुरु ही सकता है, कोई चढ़ा नहीं सकता धक्के नाल। मन की पवित्रता, मन की निर्मलता, मन की एकाग्रता गुरु की प्रसन्नता नाल बन सकती है। और गुरु की प्रसन्नता शरीर के नाल प्राप्त हो सकती है, शरीरक उद्यम के नाल प्राप्त हो सकती है। और ये जिहड़े तमाम साधन सानू गरीब नवाज गुरु साहिब ने बख्शिश किए, तन का उद्यम है सारा। जिदन सिख ने उद्यम धारदियाँ 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 सतगुरु की प्रसन्नता बख्शिश कर लैनी, प्राप्त कर लैनी है, उदों सतगुरु ने मन भी आपे स्वीकार कर लेना सिख दा। ते भेद है जे कोई कहे भी मैं पहले ही मन सुच्चा करके गुरु ग्रंथ साहिब की हजूरी दे विच आवां, बहानेबाजी है, हो ही नहीं सकता। मन सुच्चा करन दी समर्था ही गुरु दे विच है। पहला गुरु की हजूरी आना पएगा, मन फिर ही सुच्चा होएगा। जे कोई कहता ना मैं मन टिका के कथा सुन लवां, कीर्तन सुन लवां, जां मैं मन टिका के बाणी पढ़ लवां, नहीं हो सकता कदे भी। ये मन नूं टिकाउण दे साधन आ सारे, बाणी पढ़नी, कथा सुननी, कीर्तन सुनना, ये मन नूं टिकाउण दे साधन है सारे, जो गरीब नवाज गुरु साहब ने सानू बख्शिश कीते। जे मन टिक गया तो कहानी खत्म। बस महाराज कहते ज्ञान है कारण कर्म अभ्यास, ज्ञान भया तो कर्म है नास। जे किसी नूं मुढ़ ची पहला इंजीनियर की डिग्री मिल जाए, उन्होंने पढ़न की की लोड़ पै गई। फिर जे डॉक्टर की पदवी उन्होंने पहला ही मिल गई, डिग्री पहला ही मिल गई, वकील की डिग्री पहला ही मिल गई, पढ़ाइयां दे विच मत्था मारन की की लोड़ रह गई।
ਪੜ੍ਹਾਈਆਂ ਤਾਂ ਕਰੀਦੀਆਂ ਡਿਗਰੀ ਤੱਕ ਪੁੱਜਣ ਦੇ ਲਈ, ਮਿਹਨਤਾਂ ਮਸ਼ੱਕਤਾਂ ਘਾਲਣਾਵਾਂ ਤਾਂ ਘਾਲੀ ਦੀਆਂ ਡਿਗਰੀ ਤੱਕ ਪੁੱਜਣ ਦੇ ਲਈ। ਇਉਂ ਹੀ ਇਹ ਸਾਰੀ ਘਾਲਣਾ ਘਾਲੀ ਦੀ ਆ ਮਨ ਦੀ ਸਥਿਰਤਾ ਦੇ ਹਿੱਤ। ਜੇ ਇਹ ਸਾਰੀ ਘਾਲਣਾ ਘਾਲਾਂਗੇ ਤੇ ਮਨ ਸਥਿਰ ਹੋਏਗਾ। ਬਸ ਘਾਲਦਾ ਰਹੇ, ਤਕੜਾ ਹੋ ਕੇ ਲੱਗਿਆ ਰਹੇ। ਜਿੱਦਣ ਗੁਰੂ ਤਰੁੱਠ ਪਿਆ ਗੁਰੂ ਮਿਹਰ ਕਰ ਦੇਗਾ, ਜਿੱਦਣ ਗੁਰੂ ਤਰੁੱਠ ਪਿਆ ਗੁਰੂ ਬਖਸ਼ਿਸ਼ ਕਰ ਦੇਗਾ। ਅਰਦਾਸ ਗੁਰੂ ਦੇ ਚਰਨਾਂ ਦੇ ਵਿੱਚ ਕਰਦਾ ਰਹੇ ਵੀ ਮੈਨੂੰ ਉਦਮ ਬਖਸ਼, ਸੱਚੇ ਪਾਤਸ਼ਾਹ ਮਿਹਰ ਕਰ, ਲਕਾਰਾਂ ਤੋਂ ਬਚਾ ਕੇ ਰੱਖ। ਇਹ ਅਰਜ਼ ਗੁਜ਼ਾਰਦਾ ਰਹੇ ਤੇ ਹੌਲੀ ਹੌਲੀ ਲੱਗਿਆ ਰਹੇ, ਫਿਰ ਗੁਰੂ ਬਖਸ਼ਿਸ਼ ਕਰਦਾ ਰਹਿੰਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਉਂ ਗੁਰੂ ਫਿਰ ਨਿਹਾਲ ਕਰ ਦਿੰਦਾ, ਪ੍ਰਸੰਨ ਹੋ ਕੇ ਤਰੁੱਠ ਕੇ ਕਮਾਈ ਤੋਂ ਸਾਧਨਾ ਤੋਂ ਯੋਗ ਬਣਾਉਂਦਾ ਸਿੱਖ ਨੂੰ। ਜੇ ਸਿੱਖ ਅਯੋਗ ਰਹਿ ਜਾਵੇ ਤਾਂ ਵੀ ਸਿੱਖ ਪ੍ਰਾਪਤੀਆਂ ਤੋਂ ਹੀਣਾ ਰਹਿ ਜਾਂਦਾ ਹੈ। ਕਬੀਰ ਪੂਰਾ ਸਤਿਗੁਰੂ ਕਿਆ ਕਰ ਹੈ, ਜਾਂ ਸਿੱਖਾਂ ਮਹਿ ਚੂਕ। ਜੇ ਸਿੱਖ ਅਧੂਰਾ ਰਹਿ ਗਿਆ, ਕਾਬਲ ਨਾ ਬਣਿਆ, ਯੋਗ ਨਾ ਬਣ ਸਕਿਆ, ਫਿਰ ਪੂਰਾ ਸਤਿਗੁਰੂ ਵੀ ਕੀ ਕਰੇਗਾ। ਇਸ ਕਰਕੇ ਗੁਰੂ ਨੂੰ ਪਤਾ ਹੈ ਕਿ ਕਿਹੜਾ ਸਿੱਖ ਕਿੰਨੀ ਕੁ ਅਵਸਥਾ ਦਾ ਮਾਲਕ ਹੈ, ਕਿਹੜਾ ਸਿੱਖ ਕਿੰਨੀ ਕੁ ਯੋਗਤਾ ਦਾ ਮਾਲਕ ਹੈ। ਗੁਰੂ ਆਪਣੇ ਸਿੱਖ ਦੀ ਯੋਗਤਾ ਪਰਖ ਕੇ ਗੁਰੂ ਸਿੱਖ ਨੂੰ ਬਖਸ਼ਿਸ਼ਾਂ ਕਰਦਾ। ਸੋ ਮਹਾਰਾਜ ਕਹਿੰਦੇ ਇਉਂ ਜੇ ਲੱਗਿਆ ਰਹੇ ਗੁਰੂ ਨਿਹਾਲ ਕਰ ਦਿੰਦਾ ਹੈ, ਗੁਰੂ ਮਿਹਰ ਕਰ ਦਿੰਦਾ, ਨਾਮ ਵਸਾ ਦਿੰਦਾ ਹਿਰਦੇ ਵਿੱਚ। ਜੀ ਦੋਹਰਾ ਸੰਤ ਜੋਤ ਮਹਿ ਜੋਰ ਕਰ ਲਖੋਂ ਆਪਣੀ ਦਾਸ। ਸੁਣ ਕਰਕੇ ਜੋਧ ਸ਼ਾਹ ਨੇ ਦੋਵੇਂ ਹੱਥ ਜੋੜੇ, ਗਰੀਬ ਨਵਾਜ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਨ ਲੱਗਾ। ਕਹਿੰਦਾ ਮਹਾਰਾਜ ਜੀ ਸਾਨੂੰ ਆਪਣੇ ਸੇਵਕ ਸਮਝੋ ਜੀ। ਲਾਜ ਨਿਜ ਨਾਮ ਕੀ ਕੀਜੈ ਸਮਤ ਪ੍ਰਕਾਸ਼। ਆਪਣੇ ਨਾਮ ਦੀ ਲਾਜ ਰੱਖੋ ਸੱਚੇ ਪਾਤਸ਼ਾਹ, ਔਰ ਸਾਡੀ ਸਮਤ ਨੂੰ ਪ੍ਰਕਾਸ਼ ਕਰ ਦਿਓ, ਆਤਮ ਸ਼ੈਨੀ ਕਰ ਦਿਓ। ਸਾਡੀ ਮਤ ਨੂੰ ਬ੍ਰਹਮਾਕਾਰ ਕਰ ਦਿਓ ਗਰੀਬ ਨਵਾਜ ਸੱਚੇ ਪਾਤਸ਼ਾਹ, ਕਿਉਂਕਿ ਆਪ ਜੀ ਦਾ ਨਾਮ ਹੈ ਹਰਗੋਬਿੰਦ ਸੁਭ ਸਮਤ ਪ੍ਰਕਾਸ਼ਕ। ਆਪ ਨਿਰਮਲ ਮਤ ਦੇ ਪ੍ਰਕਾਸ਼ਕ ਹੋ, ਉੱਤਮ ਪਵਿੱਤਰ ਬੁੱਧੀ ਦੇ ਪ੍ਰਕਾਸ਼ਕ ਹੋ ਸੱਚੇ ਪਾਤਸ਼ਾਹ। ਰਾਤ ਹੋਦ ਤਿਆਰੀ ਕਰੋ ਰੁਜੋ ਨਾ ਤਜਬੋ ਸਾਥ। ਇਹ ਗਰੀਬ ਨਵਾਜ ਸਵੇਰ ਹੁੰਦਿਆਂ ਸਾਰ ਮੈਂ ਵੀ ਤਿਆਰੀ ਕਰੂੰਗਾ। ਮੈਨੂੰ ਚੰਗਾ ਲੱਗਦਾ, ਰਸ ਆਉਂਦਾ, ਮੈਂ ਹਮੇਸ਼ਾ ਤੁਹਾਡੀ ਸੰਗਤ ਵਿੱਚ ਰਹਿਣਾ ਚਾਹੁੰਦਾ ਜੀ। ਦਰਸ਼ਨ ਤੇ ਆਨੰਦ ਹੋਈ ਲੇਵੋ ਸੰਗ ਮੁਝ ਨਾਥ। ਦਰਸ਼ਨਾਂ ਦੇ ਵਿੱਚੋਂ ਮੈਨੂੰ ਆਨੰਦ ਪ੍ਰਾਪਤ ਹੁੰਦਾ, ਤੁਹਾਡੇ ਦਰਸ਼ਨਾਂ ਵਿੱਚੋਂ ਸੁੱਖ ਮਹਿਸੂਸ ਹੁੰਦਾ। ਇਸ ਕਰਕੇ ਇਹ ਨਾਥ ਮਾਲਕ ਜੀ ਮੈਨੂੰ ਆਪਣੇ ਨਾਲ ਲੈ ਲਵੋ ਜੀ। ਮਨ ਪ੍ਰਸੰਨ ਕੈ ਸਤਿਗੁਰੂ ਕਿਰਪਾ ਰਸੀਲੇ ਨੈਣਾ। ਗਰੀਬ ਨਵਾਜ ਗੁਰੂ ਸਾਹਿਬ ਜੀ ਬੜੇ ਪ੍ਰਸੰਨ ਹੋਏ, ਮੁਸਕਰਾਏ, ਔਰ ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਨੇਤਰ ਖੜ ਗਏ ਉਸ ਸਮੇਂ ਪ੍ਰਸੰਨਤਾ ਦੇ ਨਾਲ। ਖਿੜੇ ਹੋਏ ਨੇਤਰ ਕਿਰਪਾ ਦ੍ਰਿਸ਼ਟੀ ਨਾਲ ਭਰੇ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਰਸ ਦੇ ਸਮੇਤ ਤੱਕਿਆ ਹੈ ਜੋਧ ਸ਼ਾਹ ਦੇ ਤਾਏ। ਵੇਖ ਦੰਪਤ ਕੀ ਭਾਵ ਕੋ ਕਹਿਤ ਮੋਖਾ ਤੇ ਬੈਣਾ। ਵੇਖ ਕਰਕੇ ਦੋਵਾਂ ਜੀਆਂ ਦੀ ਭਾਵਨਾ ਨੂੰ ਮਖਾਰ ਬਿੰਦ ਤੋਂ ਇਉਂ ਸ਼ੁਭ ਬਚਨ ਕੀਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ। ਕਾਂਗੜਪੁਰ ਬਸੋ ਰਿਜੇ ਧਾਰਪੁਰ ਧਿਆਨ। ਗਰੀਬ ਨਵਾਜ ਕਹਿਣ ਲੱਗੇ ਹੁਣ ਤੁਸੀਂ ਕਾਂਗੜ ਨਗਰ ਦੇ ਵਿੱਚ ਹੀ ਵਸੋ। ਹਿਰਦੇ ਦੇ ਵਿੱਚ ਗਰੀਬ ਨਵਾਜ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਦਾ ਧਿਆਨ ਧਾਰਨਾ। ਨਾਮ ਸਿਮਰਨ ਕਰਹੁ ਦੋਹੇ ਲੋਕਨ ਕਲਿਆਣ। ਸੱਚੇ ਨਾਮ ਵਾਹਿਗੁਰੂ ਉਸ ਅਕਾਲ ਪੁਰਖ ਪਰਮੇਸ਼ਰ ਦੇ ਭਜਨ ਨੂੰ, ਵਾਹਿਗੁਰੂ ਦੇ ਨਾਮ ਨੂੰ ਜਪਦੇ ਰਹਿਣਾ, ਕਰਦੇ ਰਹਿਣਾ, ਔਰ ਦੋਵਾਂ ਲੋਕਾਂ ਦੇ ਵਿੱਚ ਤੁਹਾਡੀ ਕਲਿਆਣ ਹੋਏਗੀ, ਮੁਕਤੀ ਹੋਏਗੀ। ਫਿਰ ਅਸੀਂ ਜਦੋਂ ਤੁਹਾਡੇ ਪਾਸ ਸੁਨੇਹਾ ਭੇਜਾਂਗੇ ਤੁਹਾਡੇ ਆਉਣ ਦੇ ਲਈ, ਜਾਂ ਫਿਰ ਕਿੰਨੇ ਕੁ ਦਿਨ ਬਤੀਤ ਕਰਕੇ ਸਾਡੇ ਨਾਲ ਆ ਕੇ ਆਨੰਦ ਦੇ ਨਾਲ ਮਿਲਣਾ, ਸਾਡੇ ਦਰਸ਼ਨ ਪ੍ਰਾਪਤ ਕਰਨੇ। ਜਿੱਥੇ ਸਾਡਾ ਡੇਰਾ ਹੋਵੇ ਉੱਥੇ ਪਹੁੰਚ ਜਾਣਾ, ਪਰ ਕਈ ਦਿਨਾਂ ਤੋਂ ਪਹੁੰਚਣਾ, ਜਾਂ ਜਦੋਂ ਅਸੀਂ ਆਗਿਆ ਭੇਜਾਂਗੇ, ਹੁਕਮ ਭੇਜਾਂਗੇ, ਉਦੋਂ ਪਹੁੰਚਣਾ। ਦੇਖੋ ਕੈਸੀ ਭਾਵਨਾ ਸੀ ਇਹਨਾਂ ਗੁਰਸਿੱਖਾਂ ਦੇ ਹਿਰਦਿਆਂ ਦੇ ਵਿੱਚ, ਗੁਰੂ ਸਾਹਿਬ ਜੀ ਦੇ ਹੁਕਮ ਬਾਬਤ ਦਰਸ਼ਨ ਪ੍ਰਾਪਤ ਹੁੰਦੇ ਸੀ। ਸਾਡੀ ਕਿੱਡੀ ਵੱਡੀ ਖੁਸ਼ਕਿਸਮਤੀ ਹੈ ਸਿੱਖਾਂ ਦੀ, ਅਸੀਂ ਦਿਨ 'ਚ ਜਿੰਨੀ ਵਾਰ ਚਾਹੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰ ਸਕਦੇ ਹਾਂ। ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਬਖਸ਼ਿਸ਼ ਕਰ ਰਹੇ ਆ, ਜਦੋਂ ਅਸੀਂ ਸੁਨਾਹ ਭੇਜਾਂਗੇ ਉਸ ਸਮੇਂ ਦਰਸ਼ਨ ਪ੍ਰਾਪਤ ਕਰਿਓ।
ਜਾਂ ਕਈ ਦਿਨਾਂ ਬਾਅਦ ਆ ਕੇ ਜਿੱਥੇ ਸਾਡਾ ਡੇਰਾ ਹੋਵੇ ਉੱਥੇ ਆ ਕੇ ਦਰਸ਼ਨ ਪ੍ਰਾਪਤ ਕਰਨੇ। ਸਾਡੇ ਤੇ ਕਿੰਨੀ ਵੱਡੀ ਮਿਹਰ, ਅਸੀਂ ਜਦੋਂ ਮਰਜ਼ੀ ਦਰਸ਼ਨ ਪ੍ਰਾਪਤ ਕਰ ਸਕਦੇ ਹਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ। ਪਰ ਬਦਕਿਸਮਤੀ ਹੈ, ਕੋਈ ਮੰਦੇ ਕਰਮ ਹੈ, ਨਹੀਂ ਪ੍ਰਾਪਤ ਹੁੰਦੇ ਵੱਧ ਤੋਂ ਵੱਧ ਵਾਰ। ਕਈਆਂ ਨੂੰ ਇੱਕ ਵਾਰ ਵੀ ਦਿਨ ਵਿੱਚ ਪ੍ਰਾਪਤ ਨਹੀਂ ਹੁੰਦੇ, ਕਈਆਂ ਨੂੰ ਮਹੀਨੇ ਮਹੀਨੇ ਨਹੀਂ ਪ੍ਰਾਪਤ ਹੁੰਦੇ, ਕਈਆਂ ਨੂੰ ਕਈ ਸਾਲ ਹੀ ਨਹੀਂ ਪ੍ਰਾਪਤ ਹੁੰਦੇ। ਐਡੀ ਮਾੜੀ ਕਿਸਮਤ ਦੀਆਂ ਖੇਡਾਂ। ਜਿਨ੍ਹਾਂ ਦੀ ਚੰਗੀ ਹੈ ਉਹਨਾਂ ਨੂੰ ਦਰਸ਼ਨ ਪ੍ਰਾਪਤ ਹੁੰਦੇ ਆ। ਦਰਸ਼ਨ ਕਰਨੇ ਚਾਹੀਦੇ ਆ ਵੈਸੇ ਜ਼ਰੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਦਮ ਧਾਰ ਕੇ। ਬਾਹਰ ਜੋਧ ਕੀ ਭਾਰ ਜਾ ਬੋਲੀ ਬਿਨੈ ਸਮੇਤਾ। ਫਿਰ ਜੋਧ ਸ਼ਾਹ ਦੀ ਪਤਨੀ ਘਰ ਵਾਲੇ ਦੋਵੇਂ ਹੱਥ ਜੋੜ ਕੇ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਦੀ ਹੋਈ ਬੋਲੇ, ਰਾਵਰ ਭੀਸ ਦਿਸ ਮੈਂ ਆਵਹੁ ਤਬਹਿਨ ਕੇਤਾ। ਪਰ ਹੇ ਗਰੀਬ ਨਵਾਜ, ਆਪ ਨੇ ਵੀ ਮਿਹਰ ਕਰਨੀ, ਤੁਸੀਂ ਵੀ ਫੇਰ ਦੋਹਰੇ ਇਸ ਦੇਸ਼ ਦੇ ਵਿੱਚ ਸਾਡੇ ਨਗਰ ਦੇ ਵਿੱਚ ਚਰਨ ਪਾਉਣੇ, ਔਰ ਸਾਡੇ ਘਰ ਦੇ ਵਿੱਚ ਵੀ ਕਦੇ ਫੇਰ ਦੋਹਰੇ ਚਰਨ ਪਾ ਕੇ ਸਾਨੂੰ ਨਿਹਾਲ ਕਰਨਾ, ਸਾਨੂੰ ਸੇਵਾ ਬਖਸ਼ਣੇ ਨੇ। ਹੁਣ ਸ੍ਰੀ ਹਰਿਗੋਬਿੰਦ ਕਹਿਓ ਰੂਪ ਆਪਰਪੋ ਧਾਰਾ। ਫਿਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਕਿ ਹੁਣ ਨਹੀਂ, ਇਸ ਸਰੀਰ ਵਿੱਚ ਨਹੀਂ ਆਵਾਂਗੇ, ਜਦੋਂ ਹੋਰ ਰੂਪ ਧਾਰਾਂਗੇ ਨਾ, ਹੋਰ ਸਰੀਰ ਦੇ ਵਿੱਚ ਜੋਤ ਟਿਕਾਵਾਂਗੇ, ਉਦੋਂ ਤੁਹਾਡੇ ਘਰ ਦੇ ਵਿੱਚ ਆਵਾਂਗੇ। ਸੰਤਤ ਕੇ ਸਦਨ ਮਹਿ ਬਸੋ ਆਨ ਕਿਸ ਬਾਰ। ਉਸ ਸਮੇਂ ਤੁਹਾਡੀ ਸੰਤਾਨ ਦੇ ਘਰ ਦੇ ਵਿੱਚ ਆ ਕੇ ਮੈਂ ਬਸੂੰਗਾ, ਹੁਣ ਤੁਹਾਡੇ ਘਰ ਵਿੱਚ ਨਹੀਂ ਆਉਣਾ। ਫਿਰ ਗਰੀਬ ਨਵਾਜ ਗੁਰੂ ਕਲਗੀਧਰ ਦਸਮ ਸਰੂਪ ਦੇ ਵਿੱਚ ਲਖਮੀਰ ਤੇ ਸ਼ਮੀਰ ਜਿਹੜੇ ਸੀ ਕਾਂਗੜ ਦੇ ਵਾਸੀ, ਜਿਨ੍ਹਾਂ ਦੇ ਘਰ ਦੇ ਵਿੱਚ ਗਰੀਬ ਨਵਾਜ ਸੱਚੇ ਪਾਤਸ਼ਾਹ ਗੁਲਾਬੇ ਪੰਜਾਬੇ ਤੋਂ ਵਿਦਿਆ ਹੋ ਕੇ ਗਣੀ ਖਾਨ ਨਬੀ ਖਾਨ ਨੇ ਜਦੋਂ ਉਚਦਾ ਪੀਰ ਬਣਾ ਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਦੀ ਸੇਵਾ ਨਿਭਾਈ, ਉਦੋਂ ਜਦੋਂ ਇਸ ਇਲਾਕੇ ਦੇ ਵਿੱਚ ਆਏ ਲਖਮੀਰ ਸ਼ਮੀਰ ਦੇ ਘਰ ਦੇ ਵਿੱਚ ਗਰੀਬ ਨਵਾਜ ਸੱਚੇ ਪਾਤਸ਼ਾਹ ਟਿਕੇ ਸੀ। ਉਹ ਲਖਮੀਰ ਸ਼ਮੀਰ ਇਸੇ ਜੋਧ ਸ਼ਾਹ ਦੇ ਵੰਸ਼ਜ ਸੀ, ਇਹਦੇ ਹੀ ਅੱਗੇ ਪੁੱਤ ਪੋਤਰੇ ਸੀ। ਸੋ ਮਹਾਰਾਜ ਸੱਚੇ ਪਾਤਸ਼ਾਹ ਭਵਿੱਖਤ ਵਚਨ ਦੱਸਦੇ ਆ ਜੀ, ਬੰਸ ਪਰਵਿਰਤ ਹੈ ਅਦਕ ਸੁਖ ਤੁਮ ਆਏ ਮਮ ਕਾਜ। ਗਰੀਬ ਨਵਾਜ ਕਹਿੰਦੇ ਤੁਸੀਂ ਮੇਰੇ ਕਾਰਜ ਆਏ ਹੋ, ਤੁਸੀਂ ਸੇਵਾ ਕੀਤੀ ਹੈ, ਤੁਹਾਡੀ ਸੰਤਾਨ ਤੁਹਾਡੀ ਵੰਸ਼ ਬਹੁਤ ਵਧੇਗੀ, ਇਸ ਸੰਸਾਰ ਵਿੱਚ ਸੁਖ ਪ੍ਰਾਪਤ ਕਰੇਗੀ। ਫਲਤ ਪਲਤਾ ਰੱਖਿਅਕ ਅਹੋ ਭੁਗਤਹੁ ਰਾਜ ਸਮਾਜ। ਭੁਗਤਦੇ ਰਹੋਗੇ ਹਮੇਸ਼ਾ ਰਾਜ ਦੇ ਸਮਾਜ ਨੂੰ, ਤੁਹਾਡਾ ਰਾਜ ਕਦੇ ਨਹੀਂ ਟਲੇਗਾ, ਇਹ ਸੁਖ ਤੁਹਾਨੂੰ ਹਮੇਸ਼ਾ ਪ੍ਰਾਪਤ ਹੋਏਗਾ, ਔਰ ਦੋਵਾਂ ਲੋਕਾਂ ਦੇ ਵਿੱਚ ਮੈਂ ਤੁਹਾਡਾ ਸਹਾਈ ਹੋਵਾਂਗਾ। ਵਰਦਿਓ ਵਿਸਾਲ ਕੋ ਦਹ ਲੋਕਨ ਸੁਖ ਕੀਰਾ। ਇਸ ਤਰੀਕੇ ਦੇ ਨਾਲ ਇਸ ਦੰਪਤੀ ਨੂੰ ਦੋਵਾਂ ਲੋਕਾਂ ਦੇ ਸੁੱਖ ਦਾ ਵੱਡਾ ਵਰ ਦਿੱਤਾ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ। ਪਤਾ ਪਾਏ ਪ੍ਰਮੋਦ ਕੋ ਸਿਰ ਧਰ ਪਦ ਪਰ ਫੇਰਾ। ਫਿਰ ਇਸ ਜੋੜੀ ਨੇ ਬੜੀ ਪ੍ਰਸੰਨਤਾ ਧਾਰੀ, ਹਿਰਦੇ ਵਿੱਚ ਆਨੰਦ ਧਾਰਿਆ, ਗਰੀਬ ਨਵਾਜ ਗੁਰੂ ਸਾਹਿਬ ਦੇ ਚਰਨਾਂ ਕਮਲਾਂ ਤੇ ਆਪਣਾ ਮੱਥਾ ਟਿਕਾਇਆ ਹੈ। ਆਸਖ ਦੀ ਸਤਿਵਰ ਉੱਠੀ ਸਿਵਰ ਬਰਾਜੇ ਜਾਈ। ਗਰੀਬ ਨਵਾਜ ਨੇ ਸ਼ੁਭ ਅਸ਼ੇਸ਼ ਬਖਸ਼ਿਸ਼ ਕੀਤੀ ਮੁਬਾਰਕ ਰਸਨਾ ਤੋਂ, ਔਰ ਇੱਥੋਂ ਉੱਠ ਕਰਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਆਪਣੇ ਸਿਵਰ ਦੇ ਵਿੱਚ ਜਾ ਕਰਕੇ ਬਿਰਾਜ ਗਏ। ਜਥਾ ਸੁਖ ਜਾਵਨੀ ਪ੍ਰਾਤ ਭਈ ਪੁਨੇ ਆਏ। ਸੁਖ ਦੇ ਨਾਲ ਵਿਸ਼ਰਾਮ ਕਰਕੇ ਬਤੀਤ ਕੀਤੀ ਹੈ ਇਹ ਰਾਤ, ਫਿਰ ਦਿਨ ਚੜ ਆਇਆ ਹੈ ਜੀ। ਅੱਜ ਸੰਗਾਨ ਸੋਖ ਧਿਆਨ ਕਰ ਬਸਤਰ ਸ਼ਸਤਰ ਕੋ ਪਾਏ। ਸਰੀਰ ਦੀ ਸੁੱਚ ਕਿਰਿਆ ਇਸ਼ਨਾਨ ਇਤਿਆਦਿਕ ਆਪਣਾ ਨਿਯਮ ਨਿਭਾਇਆ ਹੈ, ਬਸਤਰ ਧਾਰਨ ਕੀਤੇ ਗਰੀਬ ਨਵਾਜ ਗੁਰੂ ਸਾਹਿਬ ਨੇ ਉੱਪਰ ਦੇ ਸ਼ਸਤਰ ਧਾਰਨ ਕੀਤੇ। ਤਿਆਰ ਅਰੂਡਨ ਕੋ ਭਈ ਸ੍ਰੀ ਸਤਿਗੁਰ ਸੁਖਦਾਈ। ਇੱਥੋਂ ਚਾਲੇ ਪਾਉਣ ਦੇ ਲਈ ਘੋੜੇ ਦੇ ਉੱਪਰ ਸਵਾਰ ਹੋ ਗਏ ਗਰੀਬ ਨਵਾਜ ਸੱਚੇ ਪਾਤਸ਼ਾਹ, ਜੋ ਆਪਣੇ ਸਿੱਖਾਂ ਨੂੰ, ਜੋ ਤਮਾਮ ਸੰਸਾਰ ਨੂੰ ਸੁੱਖ ਦੀ ਦਾਤ ਬਖਸ਼ਿਸ਼ ਕਰਨ ਵਾਲੇ ਹਨ। ਸੋ ਇੱਥੋਂ ਤੱਕ ਪਾਵਨ ਪਵਿੱਤਰ ਇਤਿਹਾਸ ਦੀ ਵਿਚਾਰ ਆਈ ਹੈ। ਵਿਚਾਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ, ਅੱਗੇ ਤੋਂ ਸ੍ਰੇਸ਼ਟ ਮਤ ਬਖਸ਼ਿਸ਼ ਕਰਕੇ ਨਿਹਾਲ ਕਰਨਾ। ਗਰੀਬ ਨਵਾਜ ਮਿਹਰ ਕਰਨ, ਇਹ ਪਾਵਨ ਕੌਤਕ ਸਾਡੇ ਹਿਰਦਿਆਂ 'ਚ ਵਸਾ ਦੇਣ ਤਾਂ ਕਿ ਲੋਕ ਸੁਖੀਏ ਪਰਲੋਕ ਸਹੇਲੇ ਹੋਣਗੇ। ਸਮਾਪਤੀ ਹੈ। ਸੋਚ ਸੰਦਾਨ ਸੋ ਧਿਆਨ ਕਰ ਬਸਤਰ ਸ਼ਸਤਰ ਕੋ ਪਾਏ। ਪਿਆਰ ਅਰੂਡਨ ਕੋ ਭਈ ਸ੍ਰੀ ਸਤਿਗੁਰ ਸੁਖਦਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈ
ਤੇਰੇ ਆਪਣਾ ਤੇਰੇ ਵਾਂਗੂ ਆਦਮੀ ਜੈ ਮਹਲਾ ਬਾਮਨੇ ਸਾਜਾ ਕਹੋ ਬਿਨਾ ਰਾਮ ਨਾਮ ਬਿਰਤਿਆ ਨਾਮੋ ਸਗਲੋ ਦੇਵ ਸੰਸਾਰਾ ਬਾਮਨੇ ਸਾਜਾ ਕਹੋ ਬਿਨਾ ਰਾਮ ਨਾਮ ਬਿਰਤਿਆ ਨਾਮੋ ਸਗਲੋ ਦੇਵ ਸੰਸਾਰਾ ਜਾਗੋ ਜੋਗੀ ਤੁਝ ਧਾਰੇ ਪਾਇਓ ਮਾਰੇ ਜੈਕਾਰਾ ਸੋ ਸੁਆਮੀ ਨਿਤ ਪਛਾਨੋ ਰੂਪ ਦੇਖਤੇ ਨਿਆਰਾ ਪਾਵਨ ਨਾਮ ਜਗਤ ਦਾ ਹਰੋ ਕਬੂ ਨਾਮ ਸੰਭਾਰਾ ਨਾਨਕ ਸਰਬੰ ਕਰਿਓ ਜਨ ਬੰਦਨ ਰਾਖੋ ਬਿਰਦ ਤੁਹਾਰਾ ਪਾਵਨ ਨਾਮ ਜਗਤ ਦਾ ਹਰੋ ਕਬੂ ਨਾਮ ਸੰਭਾਰਾ ਨਾਨਕ